भाई ਅੰਮ੍ਰਿਤਸਰ ਪਿੱਛੇ ਇਹਨੂੰ 25 ਦਿਨ ਹੋ ਗਏ ਇਹ ਸ਼ੂਟ ਕਰ ਰਹੇ ਹਾਂ ਫਤਿਹ ਦਾ ਇਟਸ ਵੈਰੀ ਵੈਰੀ ਸਪੈਸ਼ਲ ਔਰ ਕਹਿੰਦੇ ਨਾ ਕਿ ਅੰਮ੍ਰਿਤਸਰ ਜਦੋਂ ਆਏ ਫਿਰ ਜਾਣ ਨੂੰ ਜੀ ਨਹੀਂ ਕਰਦਾ। ਫਤਿਹ ਦੇ ਵਿੱਚ ਖਾਸ ਇਹ ਰਹੂਗਾ ਕਿ ਅੰਮ੍ਰਿਤਸਰ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਆਮ ਜਿਹੜੀ ਜਨਤਾ ਹੈ ਕਈ ਵਾਰ ਫੇਕ ਲੋਨ ਜਿਹੜੇ ਹੁੰਦੇ ਆ ਉਹਨਾਂ 'ਚ ਫਸ ਜਾਂਦੀ ਹੈ ਅਤੇ ਕਿਸ ਤਰ੍ਹਾਂ ਪੰਜਾਬ ਦਾ ਇੱਕ ਬੰਦਾ ਜਿਹੜਾ ਫਤਿਹ ਸਿੰਘ ਹੈ ਉਹ ਕਿਸ ਤਰ੍ਹਾਂ ਆ ਕੇ ਪੂਰੇ ਮਿਸ਼ਨ ਨੂੰ ਖਤਮ ਕਰਦਾ। ਸੋ ਦੈਟਸ ਵਾਈ ਇਟਸ ਵੈਰੀ ਵੈਰੀ ਸਪੈਸ਼ਲ ਹੈ। फाइनेंशियल इंडिपेंडेंस होना बहुत ज़रूरी है और मेरा ये मानना है कि पेरेंट्स को इनकरेज करना चाहिए अपने बच्चों को कि हर लड़की का मतलब ये एक उसका राइट होना चाहिए। इट शुड नॉट बी अ लग्जरी टू हैव अ जॉब टू हैव अ करियर, इट शुड बी अ राइट। और आज अगर मैं यहाँ हूँ तो इट्स ऑल बिकॉज ऑफ माई पेरेंट्स बिकॉज दे गेव विंग्स टू माई ड्रीम्स। मेरे अंदर जो ख्वाब थे उन्होंने मुझे हमेशा मोटिवेट किया और हमेशा मुझे एक इंस्पायर किया है। एंड आज अगर मैं यहाँ हूँ तो इट्स बिकॉज ऑफ माई पेरेंट्स। Something which tells that every woman is special। ਮੈਨੂੰ ਲੱਗਦਾ ਹਰ ਔਰਤ ਖਾਸ ਹੈ। ਕਈ ਵਾਰੀ ਅਸੀਂ ਐਵੇਂ ਹੀ ਖੁਸ਼ ਨਹੀਂ ਹੁੰਦੇ ਉਹ ਮੈਂ ਮੋਟੀ ਹਾਂ ਜਾਂ ਮੈਂ ਪਤਲੀ ਹਾਂ ਜਾਂ ਮੈਂ ਉਸ ਤਰ੍ਹਾਂ ਨਹੀਂ ਲੱਗਦੀ ਜਾਂ ਆਈ ਹੈਵ ਲੈਸ ਮਨੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਕਰਕੇ ਇਫ ਵੀ ਲੁੱਕ ਇਨਟੂ ਆਵਰਸੈਲਫ ਐਂਡ ਟੇਕ ਆਊਟ ਆਰ ਇਨਰ ਸਟਰੈਂਥ। ਸਾਨੂੰ ਕਿਸ ਤਰੀਕੇ ਦੇ ਸਪੈਸ਼ਲਿਸਟ ਦੀ ਲੋੜ ਹੈ। ਉੱਥੇ ਪੀਡੀਆਟ੍ਰਿਕ ਹੈਲਪ ਦੀ ਜ਼ਰੂਰਤ ਹੈ ਅਤੇ ਇੱਕ ਹਫ਼ਤੇ ਵਿੱਚ ਇੱਕ ਕੈਂਪ ਪੀਡੀਆਟ੍ਰਿਕ ਲੱਗੇਗਾ ਅਤੇ ਜੇ ਉੱਥੇ ENT ਦੀ ਜ਼ਰੂਰਤ ਹੈ ਜ਼ਿਆਦਾ ਤੇ ਇੱਕ ਉਹ ਡਿਸੀਜਨ ਲਿੱਤਾ ਜਾਏਗਾ ਇੱਕ ਮੈਡੀਕਲ ਆਫਿਸਰ ਡੈਜ਼ਿਗਨੇਟ ਕੀਤਾ ਜਾਏਗਾ ਉਹ ਸਿਰਫ ਉਸ ਵੈਨ ਦਾ ਡਾਕੂਮੈਂਟੇਸ਼ਨ ਕਰੇਗਾ। भाई ਅੰਮ੍ਰਿਤਸਰ ਪਿੱਛੇ ਇਹਨੂੰ 25 ਦਿਨ ਹੋ ਗਏ ਇਹ ਸ਼ੂਟ ਕਰ ਰਹੇ ਹਾਂ ਫਤਿਹ ਦਾ ਇਟਸ ਵੈਰੀ ਵੈਰੀ ਸਪੈਸ਼ਲ ਔਰ ਕਹਿੰਦੇ ਨਾ ਕਿ ਅੰਮ੍ਰਿਤਸਰ ਜਦੋਂ ਆਏ ਫਿਰ ਜਾਣ ਨੂੰ ਜੀ ਨਹੀਂ ਕਰਦਾ। ਹੁਣ ਸਾਡਾ ਸ਼ੈਡਿਊਲ ਵੀ ਲੰਬਾ ਖਿੱਚ ਗਿਆ ਸੋ ਇਟਸ ਆਲਵੇਜ਼ ਨਾਈਸ ਕਿ ਅੰਮ੍ਰਿਤਸਰ ਜਦੋਂ ਆਵਾਂ। ਹੁਣ ਮੈਂ ਵਾਪਸ ਇੱਛਾ ਹੋਈ ਕਰੀ ਕਿ ਅਗਲੀ ਜਿਹੜੀ ਪਿਕਚਰ ਦੀ ਸ਼ੂਟਿੰਗ ਅਸੀਂ ਪਹਿਲਾਂ MP ਕਰਨ ਵਾਲੇ ਸੀ ਮੈਂ ਸੋਚਿਆ ਕਿ ਵਾਪਸ ਅੰਮ੍ਰਿਤਸਰ ਚੱਲੀਏ ਕਿਉਂਕਿ ਇੱਥੋਂ ਦੇ ਕੁਲਚੇ ਛੋਲਿਆਂ ਦੀ ਆਦਤ ਪੈ ਗਈ ਹੈ। ਫਤਿਹ ਦੇ ਵਿੱਚ ਕੀ ਖਾਸ ਰਹੇਗਾ? ਫਤਿਹ ਦੇ ਵਿੱਚ ਖਾਸ ਇਹ ਰਹੂਗਾ ਕਿ ਅੰਮ੍ਰਿਤਸਰ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਆਮ ਜਿਹੜੀ ਜਨਤਾ ਹੈ ਕਈ ਵਾਰ ਫੇਕ ਲੋਨ ਜਿਹੜੇ ਹੁੰਦੇ ਆ ਉਹਨਾਂ 'ਚ ਫਸ ਜਾਂਦੀ ਹੈ ਅਤੇ ਕਿਸ ਤਰ੍ਹਾਂ ਪੰਜਾਬ ਦਾ ਇੱਕ ਬੰਦਾ ਜਿਹੜਾ ਫਤਿਹ ਸਿੰਘ ਹੈ ਉਹ ਕਿਸ ਤਰ੍ਹਾਂ ਆ ਕੇ ਪੂਰੇ ਮਿਸ਼ਨ ਨੂੰ ਖਤਮ ਕਰਦਾ। ਸੋ ਦੈਟਸ ਵਾਈ ਇਟਸ ਵੈਰੀ ਵੈਰੀ ਸਪੈਸ਼ਲ ਹੈ। ਸੋਨੂੰ ਪੰਜਾਬ ਦਾ ਮਾਣ ਹੈ ਬਾਲੀਵੁੱਡ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਦੋਂ ਐਂਟਰੀ ਹੋਏਗੀ ਤੇ ਕਿਸ ਤਰੀਕੇ ਦੇ ਵਿੱਚ? ਭਾਈ ਪੰਜਾਬੀ ਸਾਰੇ ਮੈਂ ਡਾਇਰੈਕਟਰ ਨੂੰ ਕਹਿਣਾ ਜਲਦੀ ਜਲਦੀ ਸਕ੍ਰਿਪਟ ਲਿਆਓ ਪੰਜਾਬੀ ਪਿਕਚਰ ਸ਼ੁਰੂ ਕਰੀਏ। ਸੋ ਰੀਅਲੀ ਵੇਟਿੰਗ ਫॉर ਸਮਥਿੰਗ ਵੈਰੀ ਵੈਰੀ ਐਕਸਟਰਾਆਰਡਨਰੀ ਬਟ ਆਈ ਐਮ ਸ਼ੋਰ ਕਿ ਹੁਣ ਜਲਦੀ ਪੰਜਾਬ ਜਾ ਕੇ ਵਾਪਸ ਸ਼ੂਟਿੰਗ ਕਰਦੇ ਹਾਂ। ਪੰਜਾਬ ਆ ਕੇ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇੱਥੇ? ਭਾਈ ਘਰ ਹੈ ਪੰਜਾਬ ਆਪਣਾ ਘਰ ਹੈ ਆਪਣਾ ਪੰਜਾਬ ਉਲਟਾ ਬਾਹਰ ਜਾਣੇ ਪੰਜਾਬ ਨੂੰ ਮਿਸ ਕਰੀਦਾ ਪਰ ਪੰਜਾਬ ਆ ਕੇ ਹਮੇਸ਼ਾ ਚੰਗਾ ਹੀ ਲੱਗਦਾ। ਕੀ ਖਾਸ ਕਰਨਾ ਚਾਹੋਗੇ ਸਰ? ਅੰਮ੍ਰਿਤਸਰ ਨੂੰ ਇਹੀ ਕਹਿਣਾ ਚਾਹੂੰਗਾ ਕਿ ਅੰਮ੍ਰਿਤਸਰ ਦੇ ਲੋਕ ਬੜੇ ਕਮਾਲ ਦੇ ਨੇ। ਆਦਤ ਪੈ ਜਾਂਦੀ ਜਦੋਂ ਉਹਨਾਂ ਨਾਲ ਰਹਿੰਦੇ ਹੋ ਹਮੇਸ਼ਾ ਇੱਦਾਂ ਹੀ ਖੁਸ਼ ਰਹਿਣ ਔਰ ਜਲਦੀ ਤੋਂ ਜਲਦੀ ਮੈਂ ਵਾਪਸ ਆਉਂਦਾ ਰਹਾਂ ਔਰ ਅੰਮ੍ਰਿਤਸਰ ਨਾਲ ਜਿਹੜਾ ਰਿਸ਼ਤਾ ਇਹਨੇ ਸਾਲਾਂ ਨਾਲ ਜੁੜਿਆ ਹਮੇਸ਼ਾ ਬਣਿਆ ਰਹੇ। ਜਦੋਂ ਤੁਸੀਂ ਪਿੰਡਾਂ 'ਚ ਗਏ ਪਿੰਡਾਂ 'ਚ ਤੁਸੀਂ ਉੱਥੇ ਰਹੇ ਵੀ ਕਿੱਦਾਂ ਦਾ ਲੱਗਿਆ ਇੱਕ ਵਾਰ ਮੈਨੂੰ ਬੜਾ ਅੱਛਾ ਲੱਗਦਾ। ਮੈਨੂੰ ਜੇ ਕਹੋ ਤਾਂ ਮੈਂ ਤਾਂ ਸ਼ਾਇਦ ਪਿੰਡਾਂ 'ਚ ਹੀ ਸ਼ਿਫਟ ਹੋ ਜਾਂਦਾ ਪਰ ਕਈ ਵਾਰ ਉਹਨਾਂ ਲੋਕਾਂ ਨੂੰ ਜਿਹਨਾਂ ਘਰਾਂ 'ਚ ਰਹਿੰਦੇ ਉਹਨਾਂ ਨੂੰ ਥੋੜ੍ਹਾ ਔਡ ਲੱਗਦਾ ਬਟ ਆਈ ਥਿੰਕ ਜ਼ਿੰਦਗੀ ਉੱਥੇ ਹੀ ਵੱਸਦੀ ਹੈ। ਸਾਡੇ ਦੇਸ਼ ਦੀ ਜਿਹੜੀ ਜ਼ਿੰਦਗੀ ਹੈ ਪਿੰਡਾਂ 'ਚ ਵੱਸਦੀ ਹੈ ਔਰ ਬੜਾ ਅੱਛਾ ਲੱਗਦਾ ਇੰਨੇ ਸਾਫ਼ ਸੁਥਰੇ ਦਿਲ ਦੇ ਸਾਫ਼ ਬੰਦਿਆਂ ਨੂੰ ਦੇਖ ਕੇ ਔਰ ਕੋਸ਼ਿਸ਼ ਕਰਾਂਗੇ ਜਲਦੀ ਵਾਪਸ ਆਉਣ ਦੀ। ਜੀ ਨਹੀਂ 100% ਮੇਰੀ ਉਹਨਾਂ ਨੇ ਭੱਜ ਦੌੜ ਜਲਦੀ 'ਚ ਗੱਲ ਹੋਈ ਬਟ ਲਾਈਕ ਆਈ ਸੈਡ ਕਿ ਉਹ ਸਾਰਿਆਂ ਨਾਲੋਂ ਪਹਿਲਾਂ ਉਹੀ ਮੇਰਾ ਮਿਸ਼ਨ ਹੈ ਕਿ ਜਲਦ ਤੋਂ ਜਲਦ ਇੱਥੇ ਸ਼ੁਰੂ ਕਰਾਂ ਐਂਡ ਆਈ ਪ੍ਰੋਮਿਸ ਕਿ ਐਵੇਂ ਦਾ ਬਣਾਵਾਂਗੇ ਕਿ ਲੋਕੀ ਦੇਖਣਗੇ ਆ ਕੇ। ਰੀਅਲ ਹੀਰੋ ਤੋਂ ਰੀਅਲ ਹੀਰੋ ਜਦੋਂ ਤੁਸੀਂ ਜਾਂਦੇ ਲੋਕਾਂ ਦੇ ਵਿੱਚ ਕਿਵੇਂ ਦਾ ਮਾਣ ਸਤਿਕਾਰ ਮਿਲਦਾ ਹੈ ਤੇ ਕਿਵੇਂ ਦੀ ਫੀਲਿੰਗ ਮਹਿਸੂਸ? ਭਾਈ ਮੈਂ ਆਈ ਥਿੰਕ ਕਾਮਨ ਬੰਦਾ ਮੈਂ ਹਮੇਸ਼ਾ ਲੇਕਿਨ ਅੱਛਾ ਲੱਗਦਾ ਆਈ ਥਿੰਕ ਦੈਟ ਇੰਸਪਾਇਰਸ ਮੀ ਕਿ ਮੈਂ ਹੋਰ ਮਿਹਨਤ ਕਰਾਂ। ਬੜੇ ਹੈ ਲੋਕਾਂ ਦੀ ਜ਼ਿੰਦਗੀ ਬਦਲਣੀ ਬਾਕੀ ਹੈ ਔਰ ਕੋਸ਼ਿਸ਼ ਕਰਕੇ ਬਦਲਦਾ ਰਹਾਂਗਾ ਹਮੇਸ਼ਾ। ਪ੍ਰੇਰਨਾ ਸਰੋਤ ਨੌਜਵਾਨਾਂ ਲਈ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਾਂਗਾ ਭਾਈ ਕਿ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਨਸ਼ੇ ਪਾਣ ਵਾਲੇ ਲੋਕੀ ਬੜੇ ਇੱਕ
ਯੂ نو ਤਕਲੀਫ ਆਈ ਹੈ, ਜੌਬਸ ਨਹੀਂ ਲੋਕਾਂ ਨੂੰ ਮਿਲ ਪਾਉਂਦੇ। ਇਹੀ ਕਹਾਂਗੇ ਪੰਜਾਬੀਆਂ ਨੂੰ ਕਿ ਬਸ ਹੌਸਲਾ ਰੱਖੋ, ਪੰਜਾਬੀ ਪੂਰੇ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਮਾਣ ਨੇ, ਔਰ ਸੋਨੂ ਸੂਦ ਹਮੇਸ਼ਾ ਉਹਨਾਂ ਨਾਲ ਖੜਾ ਹੋਇਆ। ਪ੍ਰੇਰਨਾ ਕੀ ਬਣੀ ਤੁਹਾਨੂੰ ਇੰਨਾ ਵੱਡਾ ਕੰਮ ਜਿਹੜਾ ਤੁਹਾਨੂੰ ਅੰਜਾਮ ਹੋ ਗਿਆ? ਮੈਨੂੰ ਲੱਗਦਾ ਨਹੀਂ ਤੁਹਾਨੂੰ ਸੋਚਿਆ ਹੈਗਾ ਤੁਸੀਂ ਜਦੋਂ ਮੈਂ ਕਦੀ ਨਹੀਂ ਸੋਚਿਆ ਸੀ ਕਰਾਂਗੇ, ਪਰ ਕਹਿੰਦੇ ਪਰ ਆਈ ਥਿੰਕ ਰੱਬ ਨੇ ਹੱਥ ਫੜਿਆ, ਰੱਬ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ ਦਾ ਇਹ ਕੰਮ ਹੈ, ਕਰਨਾ ਹੈ, ਉਹ ਕਰਨ ਲਈ ਨਿਕਲਿਆ। ਸਫ਼ਰ ਲੰਬਾ ਲੇਕਿਨ ਕਰਾਂਗੇ ਜ਼ਰੂਰ। when you do a negative character and you are being so positive in life, ਕਿੱਦਾਂ ਤੁਸੀਂ ਆਪਣੇ ਆਪ ਨੂੰ ਡਿਫਰੈਂਟ ਰੱਖ ਪਾਉਂਦੇ ਹੋ? ਲਾਈਕ ਥੋੜਾ ਇਨਫਲੂਐਂਸ ਹੁੰਦਾ ਹੈ ਜਦੋਂ ਕੋਈ ਵੀ ਕਰੈਕਟਰ ਕਰਦੇ ਹੋ। ਆਈ ਥਿੰਕ ਕੈਮਰਾ ਇੱਕ ਮੈਜਿਕ ਹੈ, ਜਦੋਂ ਤੁਸੀਂ ਕੈਮਰੇ ਸਾਹਮਣੇ ਆਉਂਦੇ ਹੋ ਆਪਣੇ ਆਪ ਹਰ ਚੀਜ਼ ਬਦਲਣੀ ਸ਼ੁਰੂ ਹੁੰਦੀ ਹੈ। ਬਟ ਲਾਈਕ ਆਈ ਸੈਡ ਹੁਣ ਪੋਜ਼ਿਟਿਵ ਲਾਰਜਰ ਦੈਨ ਲਾਈਫ ਰੋਲਸ ਕਰਨ ਦੀ ਇੱਕ ਇਨਿੰਗ ਸ਼ੁਰੂ ਹੋਇਆ, ਐਂਡ ਆਈ ਪ੍ਰੋਮਿਸ ਯੂ ਕਿ ਮੈਂ ਐਂਟਰਟੇਨ ਇੱਦਾਂ ਹੀ ਕਰਦਾ ਰਹਾਂਗਾ। ਰੋਲ ਇਹੋ ਜਿਹਾ ਹੈਗਾ ਜਿਹੜਾ ਕਿ ਹਾਲੇ ਮੈਨੂੰ ਨਿਭਾਉਣਾ ਚਾਹੀਦਾ ਕਲੀਅਰ ਸਰ ਜਿਹੜਾ ਹੁਣ ਰੋਲ ਨਿਭਾ ਰਹੇ ਤੋਂ ਉੱਪਰ ਕੋਈ ਰੋਲ ਨਹੀਂ ਕਰ ਸਕਦੇ। ਇਹ ਤੋਂ ਬਾਅਦ ਨਾ ਉਹੀ ਕਹਿਣਾ ਮੈਂ ਕਹਿੰਦਾ ਜਿਹੜਾ ਰੀਅਲ ਲਾਈਫ 'ਚ ਰੋਲ ਕਰ ਰਹੇ ਹੋ ਉਹਦੇ ਉੱਪਰ ਕੋਈ ਰੋਲ ਨਹੀਂ ਹੋ ਸਕਦਾ, ਐਂਡ ਆਈ ਐਮ ਇੰਜੋਇੰਗ ਦੈਟ। ਕੋਈ ਇੰਨੇ ਦਿਨ ਜਿਹੜਾ ਤੁਸੀਂ ਇਹ ਪੰਜਾਬ ਦੇ ਵਿੱਚ ਵਿਚਰ ਰਹੇ ਹੋ, ਯਾਦਗਾਰੀ ਪਲ ਕੋਈ ਖਾਸ? ਭਾਜੀ ਯਾਦਗਾਰੀ ਪਲ ਇਹੀ ਹੁੰਦਾ ਕਿ ਜਦੋਂ ਡਾਈਟਿੰਗ ਤੇ ਹੁੰਦੇ ਆ ਸਾਹਮਣੇ ਕੁਲਚੇ ਛੋਲੇ ਦਿਖਦੇ ਆ ਔਰ ਦਿਲ ਤੇ ਪੱਥਰ ਰੱਖ ਕੇ ਅੱਗੇ ਨਿਕਲਣਾ ਪੈਂਦਾ, ਉਹ ਬੜਾ ਔਖਾ ਕੰਮ ਹੈ। ਬਟ ਹੁਣ ਤਾਂ ਸ਼ੂਟਿੰਗ ਖਤਮ ਹੋਈ ਹੈ, ਇਸ ਲਈ ਖਾ ਕੇ ਨਿਕਲ ਰਹੇ ਭਾਜੀ। ਥੈਂਕ ਯੂ। ਅੰਮ੍ਰਿਤਸਰ ਐਂਡ ਪੰਜਾਬ। I think the people in Amritsar full of love, real people, and just want to give them all the love and just keep shining always. ਸਰ ਪੋਲੀਟਿਕਸ ਤੁਸੀਂ ਆਏ ਸੀ, ਤੁਹਾਡੇ ਸਿਸਟਰ ਆਏ ਸੀ, ਮਤਲਬ 2024 ਫੇਰ ਆ ਰਹੇ ਤੁਹਾਨੂੰ ਲੱਗਦਾ ਹੈ ਜੀ ਭਾਜੀ ਮੈਂ ਇੱਥੇ ਹੀ ਤੁਹਾਡੇ ਨਾਲ ਹੀ ਚੰਗਾ ਭਾਜੀ, ਪਿੱਛੇ ਹੀ ਚੰਗੇ ਪਰਦੇ ਦੇ। ਅੰਮ੍ਰਿਤਸਰ ਦੇ ਵਿੱਚ ਮੌਜੂਦ ਨੇ ਜੀ ਫਿੱਕੀ ਫਲੋ ਸੰਸਥਾ ਦੇ ਨਵੇਂ ਬਣੇ ਚੇਅਰਪਰਸਨ ਇਮਾਨੀ ਅਰੋੜਾ ਜੀ। ਅੱਜ ਉਹਨਾਂ ਵੱਲੋਂ ਇੱਕ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਸੋਨੂ ਸੂਦ ਤੇ ਇੱਕ ਫਰਸਟ ਲੇਡੀ ਜਿਨ੍ਹਾਂ ਨੇ ਕਿ ਇੰਟਰਨੈਸ਼ਨਲੀ ਕੁਆਲੀਫਾਈ ਕੀਤਾ ਹੈ ਕਾਰ ਰੇਸਿੰਗ ਦੇ ਵਿੱਚ, ਉਹ ਅੱਜ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ। ਗੱਲਬਾਤ ਕਰਕੇ ਜਾਣਦੇ ਹਾਂ ਕੀ ਏਜੰਡਾ ਰਹੇਗਾ ਸਾਲ ਦਾ ਔਰ ਅੱਜ ਦਾ ਕੀ ਜਿਹੜਾ ਮੇਨ ਪ੍ਰੋਗਰਾਮ ਹੈ ਉਸ ਦਾ ਮੋਟਿਵ ਕੀ ਸੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਮੈਂ ਪਹਿਲੇ ਤੇ ਤੁਹਾਨੂੰ ਬਹੁਤ-ਬਹੁਤ ਕਾਂਗਰੈਟਸ ਕਿ ਤੁਸੀਂ ਨਵੇਂ ਚੇਅਰਪਰਸਨ ਬਣੇ ਹੋ 1 ਸਾਲ ਵਾਸਤੇ। 1 ਸਾਲ ਵਿੱਚ ਕੀ ਜਿਹੜਾ ਉਹ ਮੋਟਿਵ ਕੀ ਰਹੇਗਾ, ਮੇਨ ਫੋਕਸ ਕੀ? ਐਂਡ ਸਮਥਿੰਗ ਵਿਚ ਟੈਲਸ ਦੈਟ ਐਵਰੀ ਵੂਮਨ ਇਜ਼ ਸਪੈਸ਼ਲ। ਮੈਨੂੰ ਲੱਗਦਾ ਹਰ ਔਰਤ ਖਾਸ ਹੈ। ਕਈ ਵਾਰੀ ਅਸੀਂ ਐਵੇਂ ਹੀ ਖੁਸ਼ ਨਹੀਂ ਹੁੰਦੇ, ਉਹ ਮੈਂ ਮੋਟੀ ਹਾਂ ਜਾਂ ਮੈਂ ਪਤਲੀ ਹਾਂ ਜਾਂ ਮੈਂ ਉਸ ਤਰ੍ਹਾਂ ਨਹੀਂ ਲੱਗਦੀ ਜਾਂ ਆਈ ਹੈਵ ਲੈਸ ਮਨੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਕਰਕੇ ਇਫ ਵੀ ਲੁੱਕ ਇਨਟੂ ਆਵਰਸੈਲਫ ਐਂਡ ਟੇਕ ਆਊਟ ਆਰ ਇਨਰ ਸਟਰੈਂਥ, ਸੋ ਦੈਟਸ ਵਾਟ ਆਈਵ ਨੇਮਡ ਮਾਈ ਥੀਮ ਦ ਈਅਰ ਆਫ ਸੈਲਫ ਡਿਸਕਵਰੀ। ਸੋ ਉਹ ਆਪਣੀ ਜਿਹੜੀ ਸੈਲਫ ਡਿਸਕਵਰੀ ਹੈ, ਕਈ ਵਾਰੀ ਸਾਡੇ ਅੰਦਰ ਇੰਨਾ ਕੁਝ ਹੁੰਦਾ ਹੈ ਪਰ ਅਸੀਂ ਉਸ ਨੂੰ ਬਾਹਰ ਨਹੀਂ ਨਿਕਾਲ ਪਾਉਂਦੇ ਤੇ ਅੱਗੇ ਵੱਧ ਨਹੀਂ ਸਕਦੇ। ਪਲੇਟਫਾਰਮ ਨਹੀਂ ਮਿਲਦਾ ਜਾਂ ਰਿਅਲਾਈਜੇਸ਼ਨ ਨਹੀਂ ਹੁੰਦੀ, ਉਹ ਚੀਜ਼ ਆ ਜਾਂਦੀ ਹੈ। ਤੇ ਜਿਹੜਾ ਮੇਰਾ ਸਾਲ ਦਾ ਏਜੰਡਾ ਉਹੀ ਰਹੇਗਾ, ਐਵਰੀ ਵੂਮਨ ਇਜ਼ ਸਪੈਸ਼ਲ ਐਂਡ ਦਿਸ ਈਅਰ ਇਜ਼ ਗੋਇੰਗ ਟੂ ਬੀ ਅ ਈਅਰ ਆਫ देयर ਸੈਲਫ ਡਿਸਕਵਰੀ, ਸੋ ਦੈਟ ਉਹਨਾਂ ਦੇ ਜਿਹੜੇ ਹਿਡਨ ਟੈਲੈਂਟਸ ਨੇ ਉਹ ਬਾਹਰ ਨਿਕਲਣ ਤੇ ਉਹ ਤਰੱਕੀ ਦੀ ਔਰ ਜਾਣ। ਤੇ ਸਾਡੇ ਸਾਰੇ ਕੰਬਾਈਨਡ ਵਿਜ਼ਡਮ ਨਾਲ ਅਸੀਂ ਪੂਰੀ ਆਰਗੇਨਾਈਜੇਸ਼ਨ ਵਿੱਚ ਬਹੁਤ ਵਧੀਆ ਕੰਮ ਕਰੀਏ। ਮੈਂ ਸਪੋਰਟਸ ਨੂੰ ਪ੍ਰਮੋਟ ਕਰ ਰਹੀ ਹਾਂ। ਮੈਂ ਲੀਗਲ ਲਾਈਫ ਲਾਈਨ ਇੱਕ ਇਨੀਸ਼ੀਏਟਿਵ ਹੈਗਾ ਮੇਰਾ ਜਿਹੜਾ ਕਿ ਲੀਗਲ ਰਾਈਟਸ ਤੋਂ ਜਾਣੂ ਕਰਾਏਗਾ different women ਨੂੰ। ਤੇ sports amongst not even children, also women of our age, why not? So such kind of initiatives I'm promoting book clubs. I really want ਕਿ ਲੋਕ ਜਿਹੜੇ ਭੁੱਲ ਗਏ ਨੇ ਬੁੱਕਸ ਨੂੰ ਡਿਜੀਟਲ ਮੀਡੀਆ ਵਿੱਚ ਇਨਗ੍ਰੋਸ ਹੋ ਕੇ ਉਹ ਚੀਜ਼ ਨੂੰ ਲੈ ਕੇ ਆਉਣ ਵਾਪਸ ਬੁੱਕ ਕਲਚਰ। ਆਈ ਐਮ ਪ੍ਰਮੋਟਿੰਗ ਅ ਲੋਟ ਆਫ ਇੰਟਰਸਟ ਗਰੁੱਪਸ ਬਿਕਾਜ਼ ਦੇਖੋ ਜੇ ਸਾਡੇ 400 450 ਮੈਂਬਰ ਹੈਗੇ ਨੇ, ਸਾਰਿਆਂ ਦੀ ਰੁਝਾਨ ਇੱਕ ਤਰਫ ਨਹੀਂ ਹੋ ਸਕਦਾ ਵਿੱਚੋਂ 25-30 ਮੈਂਬਰ ਕਹਿਣ ਕਿ ਮੈਨੂੰ ਇਹ ਚੀਜ਼ ਵਿੱਚ ਇੰਟਰਸਟ ਹੈ, 30-40 members can I like this. So we are creating a lot of interest groups that also amongst our members only, so that we can take it forward and they have some nice meaningful conversations where they have a lot to take back from. ਅੱਜ ਤੱਕ ਕੀ ਪ੍ਰੋਗਰਾਮ ਕਰਵਾਇਆ ਗਿਆ ਸੀ ਜੀ? ਅੱਜ ਇੱਕ ਅਨਾਉਂਸਮੈਂਟ ਕੀਤੀ ਗਈ ਹੈ, ਕੁਝ ਇਨੀਸ਼ੀਏਟਿਵ ਵੀ ਲਿਆ ਗਿਆ, ਸਟਾਰਟ ਕੀਤਾ ਗਿਆ, ਉਹਦੇ ਬਾਰੇ ਦੱਸੋ। ਕੌਣ ਆਇਆ ਸੀ ਅੱਜ ਕੱਲ੍ਹ? ਅੱਜ ਸਾਡੇ ਮੁੱਖ ਮਹਿਮਾਨ ਸੀ ਸੋਨੂ ਸੂਦ, ਉਹਦੇ ਨਾਲ ਸਾਡੇ ਇੱਕ ਵਿਮਨ ਇੰਪਾਵਰਮੈਂਟ ਦਾ ਸਿੰਬਲ ਸਾਡੇ ਨਾਲ ਸੀ, ਉਹਨਾਂ ਦਾ ਨਾਮ ਹੈ ਹੁਮੈਰਾ ਮੁਸ਼ਤਾਕ। ਉਹ ਆਏ ਸੀ ਫਰੋਮ JNK ਤੋਂ ਐਂਡ ਸ਼ੀ ਇਜ਼ ਦ ਫਸਟ F1 ਕਾਰ ਰੇਸਰ ਫਰੋਮ JNK ਐਂਡ ਵੀ ਫੀਲ that it is something which is already she is breaking the stereotypes and she is doing something which women are not, ਅਸੀਂ ਤਾਂ ਇਹੀ ਸੁਣਿਆ ਕੁੜੀਆਂ ਗੱਡੀ ਨਹੀਂ ਚਲਾ ਸਕਦੀਆਂ, ਤੇ ਜੇ ਅਸੀਂ ਸਾਡੇ ਨਾਲ ਇੱਕ ਰੇਸਰ ਮੌਜੂਦ ਹੈ ਜਿਹੜੀ ਕਿ ਇੱਕ ਵੂਮਨ ਹੈ, ਉਹ ਵੀ JNK ਤੋਂ, ਇਟਸ ਅ ਵੈਰੀ ਬਿਗ empowering thing and that's why we awarded her with a Flow Accolade Award and ਅਸੀਂ ਇਸ ਤਰ੍ਹਾਂ ਹੀ ਹਰ ਸਾਰਾ ਸਾਲ ਇਹੋ ਜਿਹੀਆਂ ਵੂਮਨ ਅਚੀਵਰਸ ਨੂੰ ਅਵਾਰਡ ਕਰਦੇ ਰਹਾਂਗੇ। ਕੁਝ ਨਵਾਂ ਸ਼ੁਰੂ ਕੀਤਾ ਗਿਆ, ਤੁਸੀਂ ਸਟਾਰਟ ਵੀ ਕੀਤਾ ਨਾ ਕੋਈ?
ਸਾਡਾ ਫਰਸਟ ਇਵੈਂਟ ਤੇ ਫਰਸਟ ਇਨੀਸ਼ੀਏਟਿਵ ਅੱਜ ਸੀ। ਅੱਜ ਬਹੁਤ ਸਪੈਸ਼ਲ ਡੇ ਹੈ। ਅਸੀਂ ਮੋਬਾਈਲ ਹੈਲਥ ਵੈਨ ਲਾਂਚ ਕੀਤੀ ਹੈ ਜਿਹੜੀ ਕਿ ਡਿਫਰੈਂਟ ਜਗ੍ਹਾਵਾਂ ਤੇ ਜਾਏਗੀ ਤੇ ਉਹਦਾ ਸਪੈਸ਼ਲਿਸਟ ਟਾਈਮ ਟੂ ਟਾਈਮ ਚੇਂਜ ਹੋਏਗਾ। ਜਿਹੜਾ ਸਪੈਸ਼ਲਿਸਟ ਹੈ ਉਹ ਡਿਫਰੈਂਟ ਹਸਪੀਟਲਸ ਤੋਂ ਹੋਏਗਾ ਕਿਉਂਕਿ ਸਾਡੇ ਨਾਲ ਇਸ ਪ੍ਰੋਜੈਕਟ ਵਿੱਚ 15 ਹਸਪੀਟਲ ਆਫ ਅੰਮ੍ਰਿਤਸਰ ਜੁੜੇ ਨੇ ਤੇ ਅਸੀਂ ਪੀਡੀਆਟ੍ਰਿਕਸ ਟੱਚ ਕਰਾਂਗੇ, ਅਸੀਂ ਆਈਸ ਆਫਥੈਮੋਲੋਜੀ ਟੱਚ ਕਰਾਂਗੇ, ਸਰਜਰੀ ਟੱਚ ਕਰਾਂਗੇ, ਈਐਨਟੀ ਟੱਚ ਕਰਾਂਗੇ, ਗਾਇਨੀ ਟੱਚ ਕਰਾਂਗੇ। ਕੰਮ ਇਹ ਕਰੇਗੀ ਕਿ ਜਿਹੜੇ ਏਰੀਆ ਵਿੱਚ ਜਿਹੜੇ ਸਪੈਸ਼ਲਿਸਟ ਦੀ ਲੋੜ ਹੈ, ਮੰਨ ਲਓ ਇੱਕ ਏਰੀਆ ਹੈਗਾ ਜਾਂ ਇੱਕ ਪਿੰਡ ਹੈਗਾ ਜਾਂ ਵਿਲੇਜ ਜਾਂ ਗੁਰਦੁਆਰਾ ਜਿਹੜਾ ਆਸ-ਪਾਸ ਜਿਹੜਾ ਪਿੰਡ ਲੱਗਦੇ ਨੇ, ਉੱਥੇ ਸਾਨੂੰ ਕਿਸ ਤਰੀਕੇ ਦੇ ਸਪੈਸ਼ਲਿਸਟ ਦੀ ਲੋੜ ਹੈ, ਉੱਥੇ ਪੀਡੀਆਟ੍ਰਿਕ ਹੈਲਪ ਦੀ ਜ਼ਰੂਰਤ ਹੈ ਤੇ ਇੱਕ ਹਫਤੇ ਵਿੱਚ ਇੱਕ ਕੈਂਪ ਪੀਡੀਆਟ੍ਰਿਕ ਲੱਗੇਗਾ। ਤੇ ਜੇ ਉੱਥੇ ਈਐਨਟੀ ਦੀ ਜ਼ਰੂਰਤ ਹੈ ਜ਼ਿਆਦਾ ਤੇ ਇੱਕ ਡਿਸੀਜਨ ਲਿੱਤਾ ਜਾਏਗਾ, ਇੱਕ ਮੈਡੀਕਲ ਆਫਿਸਰ ਡੈਜ਼ਿਗਨੇਟ ਕੀਤਾ ਜਾਏਗਾ, ਉਹ ਸਿਰਫ ਉਸ ਵੈਨ ਦਾ ਡਾਕੂਮੈਂਟੇਸ਼ਨ ਕਰੇਗਾ ਕਿਹੜੇ ਏਰੀਆ ਵਿੱਚ ਕਿਹੜੇ ਸਪੈਸ਼ਲਿਸਟ ਦੀ ਜ਼ਰੂਰਤ ਹੈ ਤੇ ਉਹੀ ਅਰੇਂਜਮੈਂਟ ਕੀਤਾ ਜਾਏਗਾ। ਹਰ ਹਫਤੇ ਕੈਂਪ ਲੱਗਣਗੇ ਐਂਡ ਉਹਦੇ ਵਿੱਚ ਇਨ ਬਿਲਟ ਹੀ ਇੱਕ ਲੈਬੋਰੇਟਰੀ ਵੀ ਹੈ ਤੇ ਫਾਰਮੇਸੀ ਵੀ ਹੈ। ਨਹੀਂ, ਅਸੀਂ ਇੱਕ ਹੈਲਪਲਾਈਨ ਨੰਬਰ ਲਾਂਚ ਕਰਾਂਗੇ ਜਲਦੀ ਹੀ ਬਿਕੋਜ਼ ਸਾਡੇ ਕੋਲ ਹਜੇ ਦਿਨ ਨਹੀਂ ਸੀ। ਆਈ ਜਸਟ ਟੁਕ ਅਪ ਐਜ਼ ਅ ਚੇਅਰਪਰਸਨ ਔਨ ਦ 1st of April ਐਂਡ ਦਿਸ ਇਜ਼ ਮਾਈ 3rd day ਐਂਡ ਆਈ ਐਮ ਹੈਵਿੰਗ ਮਾਈ ਫਰਸਟ ਇਵੈਂਟ। ਇਟਸ ਕੁਆਇਟ ਸੂਨ ਤੇ ਅਸੀਂ ਡੈਫੀਨੇਟਲੀ ਇੱਕ ਹੈਲਪਲਾਈਨ ਮੈਡੀਕਲ ਹੈਲਪਲਾਈਨ ਨੰਬਰ ਜ਼ਰੂਰ ਲਾਂਚ ਕਰਾਂਗੇ ਇਹਦੇ ਲਈ। ਥੈਂਕ ਯੂ। ਉਹ ਇਹ ਸਨ ਜੀ ਹਿਮਾਨੀ ਅਰੋੜਾ ਜੋ ਕਿ ਜਿਨ੍ਹਾਂ ਦਾ ਕਿ ਪਹਿਲਾ ਇਵੈਂਟ ਸੀ ਅੱਜ ਸੋਨੂ ਸੂਦ ਤੇ ਜਿਹੜੇ F1 ਰੇਸਰ ਜਿਹੜੇ ਕਿ ਇੰਡੀਆ ਦੇ ਪਹਿਲੇ ਨੇ ਔਰ ਇੰਡੀਆ ਜੰਮੂ ਕਸ਼ਮੀਰ ਤੋਂ, ਤੇ ਜੇਕਰ F1 ਰੇਸਰ ਜਿਹੜੇ UK ਜਾ ਰਹੇ ਨੇ ਉਹ ਇੰਡੀਆ ਦੇ ਪਹਿਲੇ ਨੇ। ਸੋ ਅੱਜ ਬੜਾ ਵਧੀਆ ਇੱਕ ਇਵੈਂਟ ਜਿਹੜਾ ਕੀਤਾ ਗਿਆ। ਸੋਨੂ ਸੂਦ ਨੇ ਵੀ ਆਪਣੀ ਯਾਦਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਸਾਂਝੀਆਂ ਕੀਤੀਆਂ ਨੇ। ਜਿਹੜੇ ਨੇ F1 ਰੇਸਰ ਲੇਡੀ ਹੈ ਉਹਨਾਂ ਨੇ ਵੀ ਆਪਣਾ ਦੱਸਿਆ ਹੈ ਕਿ ਸਾਨੂੰ ਪੈਸ਼ਨ ਨਹੀਂ ਛੱਡਣਾ ਚਾਹੀਦਾ। ਸੋ ਇੱਕ ਬਹੁਤ ਵਧੀਆ ਕੁੱਲ ਮਿਲਾ ਕੇ ਇੱਕ ਫੰਕਸ਼ਨ ਕੀਤਾ ਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਫਿੱਕੀ ਫਲੋ ਜਿਸ ਤਰ੍ਹਾਂ ਪਹਿਲੇ ਕੰਮ ਕਰਦੀ ਰਹੀ ਹੈ ਉਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਵੀ ਕਰਦੀ ਰਹੇਗੀ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼। ਸਾਡੇ ਨਾਲ ਖੜੇ ਨੇ ਜੀ ਹੁਮੈਰਾ ਮੁਸ਼ਤਾਕ ਜਿਹੜੇ ਕਿ ਜੰਮੂ ਕਸ਼ਮੀਰ ਦੇ ਪਹਿਲੇ ਰੇਸਰ ਲੇਡੀ ਰੇਸਰ ਨੇ ਜਿਨ੍ਹਾਂ ਨੇ ਕਿ ਫਾਰਮੂਲਾ ਜਿਹੜਾ ਜਿਸ ਤਰ੍ਹਾਂ ਰੇਸਿਸ ਹੁੰਦੀਆਂ ਨੇ ਉਹਦੇ ਵਿੱਚ ਭਾਗ ਲਿਆ ਹੈ ਅਤੇ ਹੁਣ ਇਹਨਾਂ ਨੂੰ ਜਿਹੜਾ ਇੰਟਰਨੈਸ਼ਨਲ ਲਾਇਸੈਂਸ ਵੀ ਜਿਹੜਾ ਮਿਲ ਗਿਆ ਹੈ ਤੇ ਮਈ ਜੂਨ ਦੇ ਵਿੱਚ ਇਹਨਾਂ ਨੇ UK ਦੇ ਵਿੱਚ ਇੱਕ ਰੇਸ ਵਿੱਚ ਜਿਹੜੀ ਇੰਟਰਨੈਸ਼ਨਲ ਰੇਸ ਹੈ ਉਹਦੇ ਵਿੱਚ ਜਾਣਾ। ਕਾਫੀ ਖਰਚਾ ਔਰ ਕਾਫੀ ਮਿਹਨਤ ਕਰਕੇ ਬਹੁਤ ਇਸ ਮੁਕਾਮ ਤੇ ਪਹੁੰਚਿਆ ਜਾਂਦਾ ਹੈ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿੱਥੋਂ ਸਟਾਰਟ ਹੋਏ ਸੀ ਜੰਮੂ ਕਸ਼ਮੀਰ ਤੋਂ ਲੈ ਕੇ ਇੱਥੋਂ ਤੱਕ ਇੰਟਰਨੈਸ਼ਨਲ ਸਫ਼ਰ ਕਿਸ ਤਰ੍ਹਾਂ ਪਹੁੰਚਿਆ ਉਹ ਜਾਣਦੇ ਹਾਂ जी। वेलकम जी। हाय, हाँ जी, अपना नाम बता के आप बताइए कि कैसे हाउ डिड योर जर्नी स्टार्ट? my name is Humaira Mushtaq. I am a professional racer. I'm the first female professional racer from Jammu and Kashmir, and I've been the first woman from my country, from my state, from my place of origin, to win national podiums. So yeah. कब से स्टार्ट हुआ, कौन सा ईयर था जब आपने ये स्टार्ट किया, उसके बाद कैसे कैसे आप आगे गए? थोड़ा जर्नी के बारे में बताइए, आपकी स्टडी के बारे में बताइए आप, क्योंकि ये बहुत एक डिफरेंट सा फील्ड है जिसमें आप आए। जी हाँ, मैंने 6 साल की उम्र में शुरू किया था कार्टिंग के साथ। सो आई स्टार्टेड कार्टिंग एट 6-7, देन आई मूव्ड माई वे टू सिंगल सीटर्स। फार्मूला रेसिंग की है मैंने, टूरिंग कार्स की हैं। सो आई हैव डन प्रीटी मच अ लॉट ऑफ थिंग्स। बहुत छोटी उम्र में मैंने इन सब में आ गई थी। सो ऐसे ऐसे मैं बड़ी हुई, मेरे साथ ये भी चलते रहे एंड इट्स बिन अ व्हाइल, इट्स बिन अ जर्नी फॉर मी। तो कौन थे जो आपको इस फील्ड में लेके आए? आपके पेरेंट्स, आपके पापा, योर मदर और योर ब्रदर? इसमें जो ज़्यादा कंट्रीब्यूशन रहा है वो मेरे फादर का रहा है। बहुत छोटी उम्र में जब मैंने इंस्टिंक्ट सिखाना शुरू कर दिए थे रेसिंग के लिए तो उन्होंने मुझे he got me into karting. So that time we lived abroad, so I have memories of my father going to the racetrack, and this was our bonding time, and he was really very supportive of me as me. पैसा इन्वॉल्व होता है तो आपके फादर ने इसको अग्री कर लिया, आपके पेरेंट्स ने, क्योंकि इसको आगे लेके जाना। आप कितने, और पेरेंट्स के अलावा आपके फैमिली में और कौन कौन? मेरे फादर अब इस दुनिया में नहीं है। बहुत छोटी उम्र में मैंने उन्हें खो दिया था। I was 14 and I lost him. इनफैक्ट मेरे फादर का बहुत कंट्रीब्यूशन रहा है मेरे को मोटिवेट करने में स्पोर्ट के लिए। उनके आखिरी अल्फाज थे मुझे कि तुम रेसिंग मत छोड़ना एंड अल्लाह तुम्हारी मदद करेंगे। सो जस्ट कीप डूइंग व्हाट यू आर डूइंग, बिकॉज उन्होंने मुझे कहा था कि मेरे अंदर ये एक बहुत यूनिक सा टैलेंट है और उसे मुझे छुपा के नहीं रखना चाहिए। एंड ही वाज लाइक यू शुड गो आउट देयर, यू शुड रीच इट आउट टू द वर्ल्ड, शो, क्रिएट एन एग्जाम्पल फॉर योर सेल्फ। और
I mean, that's how always been. Of course, it's financially very draining. My mother has been there for me she's really helped me financially, and yeah, that's how it is. आप यहाँ पे हो, आज जिस जगह पे हो, जिस मुकाम पे हो, आपको लगता है कि आपकी जो, अगर आपके फादर आपको वो किक स्टार्ट ना देते तो आज शायद आप यहाँ ना होते। लेकिन मैं आपसे बात करूँगा कि एक तो वो मोमेंट जब आप वो जा रहे थे और उसमें उसके बाद आपको किसने संभाला, पहली तो ये, दूसरा कौन कौन सी रेसेस आपने उसमें पार्टिसिपेट किया, कैसे आप क्वालिफाई करिए, उसके बारे में बताइए। मेरा फादर एक्चुअली मैंने जब उन्हें खोया था 15 साल की उम्र में, 14-15 साल की उम्र की थी, जब उन्होंने मुझे कहा था तो मैंने उस दिन ये माइंड बना लिया था कि मैं रेसिंग ड्राइवर बनना चाहती हूँ। और आज अगर मैं यहाँ हूँ तो इट्स ऑल बिकॉज ऑफ माई पेरेंट्स, बिकॉज दे गेव विंग्स टू माई ड्रीम्स। मेरे अंदर जो ख्वाब थे उन्होंने मुझे हमेशा मोटिवेट किया और हमेशा मुझे एक इंस्पायर किया है। एंड आज अगर मैं यहाँ हूँ तो इट्स बिकॉज ऑफ माई पेरेंट्स, बिकॉज दैट्स द वे आई वॉज रेज्ड बाय देम। सो आई रियली I'm really thankful to them for having such great parents, supportive parents. So, yeah. When did you and how did you get your first chance in Formula One or any race you have participated in? I did start my career at JK Tires. I did the Formula racing with them in India, JK, because Formula has the gradings and the levels. It was in 2019. Yeah, and then I had a season with them. Then I moved to MRF. I did touring cars with MRF. So yeah, and now I got my international license as well. Yeah. उसमें कुछ रैंकिंग आपको मिली थी एमआरएफ में या जेके में? जी हाँ, मैं जम्मू कश्मीर की पहली फीमेल थी जिन्हें पोडियम मिला था। It also marked the first milestone of my career. I became the first woman to win a national podium in National Racing Championship from Jammu and Kashmir. सो आपने एक स्टेट का भी नाम रोशन किया है और वहाँ के लोगों का नाम भी जो है वो रोशन किया है, और सबसे बढ़कर ये बात है कि आपने एक फ़ीमेल होने के बाद भी इतना स्ट्रगल जो है आपके पेरेंट्स ने आपको सपोर्ट किया है और आपने भी आगे सोचा है कि मैंने जाना है, और उन्होंने भी किया। कई पेरेंट्स ऐसे हैं पूरे इंडिया में, काफ़ी जम्मू एंड कश्मीर में नहीं, पूरे इंडिया में ऐसे पेरेंट्स हैं जो कि अपनी लड़कियों को पढ़ाते तो हैं लेकिन वो एक दायरे में रखना चाहते हैं उनको। आप क्या समझते हो इस चीज़ को लेकर, कैसे थे? देखिए, मेरा ये मानना है कि खासकर लड़कियों के लिए, वैसे तो हर एक के लिए फाइनेंशियल इंडिपेंडेंस होना बहुत ज़रूरी है। और मेरा ये मानना है कि पेरेंट्स को इनकरेज करना चाहिए अपने बच्चों को कि हर लड़की का मतलब ये एक उसका राइट होना चाहिए। इट शुड नॉट बी अ लग्जरी टू हैव अ जॉब, टू हैव अ करियर। इट शुड बी अ राइट। एवरी वुमन शुड हैव अ राइट टू हैव अ जॉब, टू वर्क, टू मेक हर ओन लिविंग। यू आर ओनली रिस्पॉन्सिबल फॉर योर ओन फाइनेंसेस। माई मदर टोल्ड मी व्हेन आई वाज यंगर। सो आई हैव ऑलवेज ट्राइड टू बी इंडिपेंडेंट। और हर लड़की को, हर इंसान को अपने पैरों पे खड़े होना चाहिए, और आज लड़कियों के लिए तो खासकर बहुत ज़रूरी है। कोई आप आगे जाके आपने सोचा है कुछ ऐसा प्लेटफॉर्म बनाएंगे अपने जैसी लड़कियों के लिए जो कि पैशनेट हैं अपने करियर को लेके, अपने उसको शौक़ को लेके, तो आपको लगता है कि ऐसी लड़कियों को आगे आना चाहिए और आपको सपोर्ट करना चाहिए? कुछ ऐसा कुछ आपने सोचा कि फ्यूचर में उनके लिए कुछ करेंगे? ऐसी लड़कियां खुद ही आगे आ जाती हैं, मैं एक बात बोलूं, बट डेफिनेटली ये बहुत बड़ा इनिशिएटिव होना चाहिए और मैं इसमें बढ़ चढ़ के आई वुड लाइक टू बी अ पार्ट ऑफ इट। डेफिनेटली आप जिस भी चीज़ को करना चाहें, मैं हमेशा हर एक को बोलती हूँ कि इस दुनिया में कोई भी चीज़ नामुमकिन नहीं है। वट एवर यू वॉन्ट टू डू इन योर लाइफ, देयर इज़ ऑलवेज अ पॉसिबिलिटी टू डू इट, इवन इफ इट डजंट एग्जिस्ट। क्रिएट दैट पॉसिबिलिटी एंड डेयर टू ड्रीम इम्पॉसिबल एंड बिलीव इन योर ड्रीम्स एंड नॉट जस्ट बिलीव, वर्क फॉर देम वेरी हार्ड। यू हैव कम हेयर इन वेरी बोल्ड लुक। यहाँ पे कन्वेंशनल सी सोच है लोगों की, खासकर मैं अगर JNK में बात करूँ या कुछ भी ऐसी स्टेट्स की बात करूँ जो इंडिया में है, तो आपको कभी पेरेंट्स ने या कभी ऐसा उन्होंने लगा आपको कि उन्होंने वो कह रहे हैं कि ऐसा नहीं करना है? नहीं, बिल्कुल भी नहीं डाइन। मेरे पेरेंट्स का तो मुझे बहुत सपोर्ट रहा है। मैं जाती थी और कभी कभी तो ऐसा होता था, मैं रेसिंग में एक ही लड़की होती थी इतने लड़कों में, मगर मैं हमेशा कॉन्फिडेंट होकर जाती थी, क्योंकि जब मुझे घर से निकलना होता था, मुझे मेरा पहला वी डिडंट हैव द लग्जरी ऑफ हैविंग अ ऑल वुमेन टीम। सो अगर एक लड़की को अब स्पोर्ट्स में, मोटर स्पोर्ट्स में करियर बनाना पड़ता है, तो शी हैज़ टू स्टेप आउट ऑफ हर हाउस। द फर्स्ट थिंग वी हैव टू कम्पीट विद मैन एंड दैट गिव्स मी लाइक, if you're confident, if you know your subject, there's nothing that can stop you. For you, sky is the limit. हाँ, अगर आप में like you should have that thing inside you.
that that thirst, that greed for glory. तो अभी जो यूके में आप जा रहे हो शायद मई जून में यू विल बी प्लानिंग फॉर दैट, वो कौन सी जो है रेसिंग कंपटीशन है, उसका लेवल क्या है, उसमें कौन से लोग जा सकते हैं और आप कैसे एलिजिबल हो गए उसके लिए? मुझे इंटरनेशनल लाइसेंस तो अब मिल गया मेरी परफॉर्मेंस की वजह से नेशनल लेवल पे, और अब आगे देखते हैं, लेट्स सी, लॉट ऑफ ऑप्शंस, स्काई इज द लिमिट। या तैयारी अगर मैं बात करूं तो तैयारी कहाँ पे करते हैं, कैसे करते हैं, क्योंकि ये ऐसे चीज़ नहीं है कि कहीं भी आपको मिल जाएगी, कहीं भी आप कर लोगे, तो ये कहाँ पे होती है, कैसे आपने किया, ये भी एक क्वेश्चन है बहुत बड़ा। इट्स अ प्रोसेस। मैंने तो 6 साल की उम्र से कार्टिंग स्टार्ट कर दी थी। ये नहीं कि मैंने एक रात में सीखा है, 2 रात में, या 1 साल में, 2 साल में, तो बचपन से करती आई हूँ। सिम सेशंस लिए हैं, ट्रैक सेशंस लिए, ट्रैक टाइमिंग्स लिए हैं, लैप टाइम्स लिए हैं, तो बहुत मैंने इसमें एफर्ट तो डाले हैं, इसमें वर्क हार्ड मतलब किया है, और जितना ज़्यादा एक्सपीरियंस हो उतने बेहतर आप रेसर बनते हैं। सो ऑफ कोर्स इट्स ऑल अबाउट द एक्सपीरियंस। आई हैव had it over years. It's consistency, and I've been persistent about it. It was ये आपने ये जो प्रैक्टिस किया, ये कहाँ पे प्रैक्टिस किया, क्योंकि ट्रैक्स ऐसे तो है नहीं इंडिया में, तो फिर आपने कहाँ पे प्रैक्टिस किया? ट्रैक्स ये जो चेन्नई के होते थे, कोयम्बतौर के, मैं वहाँ करती थी, फिर मैं कभी टेस्ट सेशंस लेती थी। सो इट हैज़ बिन फॉर लाइक काफ़ी देर से करती आई। गो कार्टिंग, जो भी मुझे गो कार्टिंग ट्रैक मिलता था, मैं हमेशा जाके सेशंस ले लेती थी। अभी मैं पिछले दिनों ऑरलैंडो गई थी, वहाँ पर एक रेसिंग ट्रैक था, मैंने वहाँ पर भी जाके सेशंस अवेल कर लिए। सो मुझे जहाँ भी चांस मिलता है मैं हमेशा सेशंस अवेल करती रहती हूँ। जहाँ आपने पोजीशन डाली, जब दोनों कॉम्पिटिशंस में जब आपको कोई पोजीशन मिला, तो आपको लग रहा था कि मैं किसी पोजीशन में पा जाऊंगी, या आपको लग रहा था कि नहीं मैं यार रह गई? नहीं, मैं जब भी रेस करती हूँ मैं अपने दिमाग में यही चीज़ रखती हूँ कि ये मेरी लाइफ की सबसे बढ़िया रेस होगी। मैं कभी ये नहीं सोचती हूँ कि इसके रिजल्ट्स क्या होंगे। मैं ये कहती हूँ कि जो मेरी ये आज की रेस थी, ये मेरी कल की रेस से बेहतर होनी चाहिए। ये मेरी कल पिछले मैं लैप लेके गई उससे बेहतर होनी चाहिए। सो आई ऑलवेज ट्राई टू सेल्फ इम्प्रोवाइज एंड सेल्फ इम्प्रूव। मैं अपने आप को इम्प्रूव करती रहती हूँ कि मुझे लगता है कि हमेशा एक स्कोप रहता है इम्प्रूवमेंट का, और अपने आप पे काम करते रहना चाहिए इंसान को। आप जैसे JNK से आती हैं, वहाँ पे आपके पेरेंट्स ने सपोर्ट किया क्या? वहाँ पे पेरेंट्स वाकई में लड़कियों को वहाँ पे सपोर्ट करते हैं? वहाँ पे माहौल ऐसा है, क्योंकि ज़्यादातर बाहर के लोग कुछ और सोचते हैं JNK के बारे में, कि वहाँ पे कुछ और माहौल है, वहाँ पे आर्मी है, वहाँ पे दहशतगर्दी है, या कुछ ऐसा माहौल है। तो आपको क्या लगता है बीइंग एज अ फ्रॉम दैट स्टेट? नहीं, आप पेरेंट्स तो हमेशा अपने बच्चों को सपोर्ट करते हैं। हर पेरेंट अपने बच्चे के लिए अच्छा ही चाहता है। सो आई थिंक पेरेंट्स जहाँ भी होंगे, जिस भी कोने में होंगे, वो अपने बच्चों के लिए अच्छा ही सोचेंगे। हाँ, अच्छा है। जैसे माहौल बाहर, जैसे हम सुनने में आता है, जैसे बाहर के लोगों को ज़्यादा लगता है, मेरे को ये लगता है, क्योंकि पंजाब में भी ये ओके डोंट, चलो व्हाटएवर। तो अच्छा, तो अब आपकी क्या जो नेक्स्ट जो है फोकस है, वो यूके वाला ही है? नहीं, मैं इंशाल्लाह यूके वाला तो है, और मैं चाहती हूँ कि मैं इंडिया को इंटरनेशनली रिप्रेजेंट करूँ। आई वांट टू बी द फर्स्ट वुमन टू विन international championships, unfold my beloved Tiranga in every part of the country, and I really want to represent India and bring India on the global map of motorsports. I think this is my dream, and this is the least I can do for my country. Itna to main, I want to do it for India, and I really want to. एक लास्ट क्वेश्चन है, पेरेंट्स हमेशा चाहते हैं कि उनके बच्चे की शादी हो, क्योंकि आपके फादर, आपने बताया आपने खो दिए 14 साल की एज में, तो अभी मम्मी ने या कहीं पेरेंट्स ने या किसी उधर फैमिली में आपको किसी ने कहा कि अभी बेटा शादी भी कर लो? कहते रहते, मगर मैं जहाँ जाना चाहती हूँ अभी मुझे वहाँ पहले जाना है। शादी करूँगी बाद में, बट अभी फ़िलहाल माई मेन फोकस इज़ टू बी वेयर आई वांटेड टू बी। आई एम ड्रिवन बाय द ड्राइव टू बी वेयर आई वांट टू बी। सो अभी मेरा फोकस वही रहेगा, मेरा प्रोफेशनल करियर, विच इज़ रेसिंग। Don't let anyone decide your destiny. You are in control of your life. Design your own life. Okay? Always sit on the driver's seat of your car. Don't sit on the passenger seat. Don't give your steering to anyone, and dare to dream impossible and believe in your dreams. And not just believe, work for them very hard.
ਸੋ ਇਹ ਸਨ ਜੀ ਮੁਸਤਾਕ ਜੀ ਜਿਨ੍ਹਾਂ ਨੇ ਕਿ ਇੰਡੀਆ ਦੇ ਅਜਿਹੇ ਇੱਕ ਲੇਡੀ ਨੇ ਔਰ ਖਾਸ ਕਰਕੇ J&K ਤੋਂ ਐਸੇ ਲੇਡੀ ਨੇ ਫਰਸਟ ਇੰਡੀਅਨ ਹੋਣਗੇ ਜਿਹੜੇ ਕਿ ਕਾਰ ਰੇਸਿੰਗ ਦੇ ਵਿੱਚ ਜਿਹੜਾ ਆਪਣਾ ਜਿਨ੍ਹਾਂ ਨੇ ਐਲੀਜੀਬਿਲਟੀ ਪਾਈ ਹੈ ਔਰ ਐਲੀਜੀਬਿਲਟੀ ਪਾਉਣ ਤੋਂ ਬਾਅਦ ਉਹ ਮਈ ਜੂਨ ਦੇ ਵਿੱਚ UK ਦੇ ਵਿੱਚ ਜਾ ਰਹੇ ਨੇ ਔਰ ਇਸ ਤੋਂ ਵੱਡੇ ਜਿਹੜੇ ਉਹਨਾਂ ਦੇ ਸੁਪਨੇ ਨੇ ਸ਼ਾਇਦ ਉਹਨਾਂ ਦੇ ਮਾਪਿਓ ਅਗਰ ਸਪੋਰਟ ਨਾ ਕਰਦੇ ਤੇ ਅੱਜ ਉਹ ਇੱਥੇ ਨਾ ਪਹੁੰਚ ਪਾਉਂਦੇ। ਦੂਸਰੀ ਗੱਲ ਜਿਹੜੀ ਉਹਨਾਂ ਨੇ ਲੜਕੀਆਂ ਨੂੰ ਕਹੀ ਹੈ ਕਿ ਜਿਹੜੇ ਆਪਣੇ ਸੁਪਨੇ ਵੇਖਣੇ ਬੰਦ ਨਾ ਕਰੋ ਔਰ ਜਿਹੜੇ ਆਪਣੇ ਸੁਪਨੇ ਨੇ ਉਹਨੂੰ ਪੂਰਾ ਕਰਨ ਦੀ ਪੂਰੀ ਚਾਹਤ ਰੱਖੋ। ਕਿਸੇ ਨੂੰ ਵੀ ਆਪਣੀ ਡਰਾਈਵਰ ਸੀਟ ਤੇ ਨਾ ਬੈਠੋ, ਖੁਦ ਡਰਾਈਵਰ ਸੀਟ ਤੇ ਬਹਿ ਕੇ ਗੱਡੀ ਡਰਾਈਵ ਕਰੋ, ਕਿਸੇ ਨੂੰ ਆਪਣੀ ਡਰਾਈਵਿੰਗ ਸੀਟ ਨਾ ਦਿਓ। ਸੋ ਐਸੇ ਵਧੀਆ ਖਿਆਲਾਤ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਾਇਆ ਹੈ। ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।